ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਪ੍ਰੋਗਰਾਮ ਹੈ ਅਖਬਾਰਨਾਮਾ। ਅਖਬਾਰਨਾਮਾ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਅਕਸਰ ਜਿਹੜੇ ਮੈਸੇਜ ਆਉਂਦੇ ਨੇ YouTube ਦੇ ਉੱਤੇ, ਉਹ ਕਹਿੰਦੇ ਨੇ ਕਿ ਯਾਰ ਥੋੜਾ ਜਿਹਾ ਜ਼ਿਆਦਾ ਸੀਰੀਅਸ ਹੈ। ਪਰ ਮੈਂ ਸੋਚਿਆ ਕਿ ਅੱਜ ਤੋਂ ਮੈਂ ਤੁਹਾਡੇ ਨਾਲ ਇੱਕ ਥਾਟ ਆਫ ਦਾ ਡੇ ਸ਼ੇਅਰ ਕਰਿਆ ਕਰਾਂਗਾ। ਤਾਂ ਅੱਜ ਦਾ ਮੇਰਾ ਥਾਟ ਆਫ ਦਾ ਡੇ ਇਹ ਕਹਿੰਦਾ ਆ ਕਿ ਕਰਮ ਕਰਨੇ ਚਾਹੀਦੇ ਆ। ਜਿਹੜਾ ਫਲ ਹੈ ਉਹ ਆਪਣੇ ਆਪ ਮਿਲ ਜਾਂਦਾ ਹੈ। ਮੇਰੇ ਘਰੇ ਮੇਰੀ ਦਾਦੀ ਜਿਹੜੀ ਹੈ ਅਕਸਰ ਇੱਕ ਗੱਲ ਕਹਿੰਦੀ ਹੁੰਦੀ ਸੀ ਕਿ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਜੇ ਅਸੀਂ ਉਦਮ ਕਰਦੇ ਰਹੀਏ ਤਾਂ ਪੈਸਾ, ਧਨ, ਦੌਲਤ ਸਭ ਕੁਝ ਮਿਲਦਾ ਹੈ। ਜਿਵੇਂ ਪੱਖੇ ਦੇ ਅੱਗੇ ਖੜ੍ਹਨ ਦੇ ਨਾਲ ਹਵਾ ਮਿਲਦੀ ਹੈ, ਇੱਦਾਂ ਹੀ ਉਦਮ ਇੱਕ ਇੱਦਾਂ ਦਾ ਰਾਹ ਹੈ ਜਿਹੜਾ ਤੁਸੀਂ ਕਰੋਗੇ ਤਾਂ ਤੁਹਾਨੂੰ ਸਭ ਕੁਝ ਮਿਲੇਗਾ। ਸੋ ਆਪਣੇ ਕੰਮ ਕਰਦੇ ਰਹੋ, ਕਿਉਂਕਿ ਸਭ ਤੋਂ ਵੱਧ ਜਿਹੜੀ ਚੀਜ਼ ਦੀ ਫਰਕ ਪੈਂਦਾ ਹੈ ਉਹ ਤੁਹਾਡੇ ਕੰਮਾਂ ਦਾ ਫਰਕ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਕਰਮ ਕਰਦੇ ਹੋ, ਉੱਦਾਂ ਦੇ ਰਿਜ਼ਲਟ ਜਿਹੜੇ ਆ ਉਹ ਤੁਹਾਡੇ ਕੋਲ ਆਉਂਦੇ ਨੇ। ਫਿਲਹਾਲ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਸਾਡੇ ਭਾਰਤ ਵਰਗੇ ਮੁਲਕ ਦੇ ਵਿੱਚ ਹੀ ਬਹੁਤ ਕੁਝ ਜਿਹੜਾ ਹੈ ਉਹ ਵੱਖਰਾ ਹੁੰਦਾ ਹੈ, ਜਾਂ ਇੱਦਾਂ ਦਾ ਹੁੰਦਾ ਕਿ ਹਰ ਚੀਜ਼ ਦੇ ਵਿੱਚ ਹੇਰ ਫੇਰ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜਦੋਂ ਅੱਜ ਕੱਲ੍ਹ ਮੈਂ USA ਦੀਆਂ ਅਖਬਾਰਾਂ ਪੜ੍ਹ ਰਿਹਾ ਤਾਂ ਮੈਨੂੰ ਲੱਗ ਰਿਹਾ ਕਿ ਨਹੀਂ, ਇਹ ਸਾਰੀ ਥਾਂ ਇੱਕੋ ਜਿਹਾ ਹੀ ਕੰਮ ਹੁੰਦਾ। ਚਾਹੇ ਅਸੀਂ ਡਿਵੈਲਪ ਕੰਟਰੀ ਦੀ ਗੱਲ ਕਰ ਲਈਏ, ਚਾਹੇ ਡਿਵੈਲਪਿੰਗ ਦੀ ਕਰ ਲਈਏ, ਜਾਂ ਫਿਰ ਅਸੀਂ ਅੰਡਰ ਡਿਵੈਲਪ ਦੀ ਗੱਲ ਕਰ ਲਈਏ। ਸੋ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਵੱਲ ਔਰ US ਟੂਡੇ ਦੀ ਗੱਲ ਕਰਦੇ ਹਾਂ। US ਟੂਡੇ ਨੇ ਜਿਹੜੀ ਹੈਡਲਾਈਨ ਬਣਾਈ ਹੈ ਉਹ ਹੈ ਕਟਿੰਗ, ਬ੍ਰਾਈਬਿੰਗ, ਸਟੀਲਿੰਗ, ਸਮ ਪੀਪਲ ਆਰ ਗੈਟਿੰਗ COVID-19 ਵੈਕਸੀਨ ਬਿਫੋਰ ਇਟਸ ਦੇਅਰ ਟਰਨ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਕੱਲ੍ਹ ਜਿਹੜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਕਰਤਾਰਪੁਰ ਦੇ ਜਿਹੜਾ ਇੱਕ ਕਰਤਾਰਪੁਰ ਸਬ ਡਿਸਟ੍ਰਿਕਟ ਪੈਂਦਾ ਹੈ, ਉਹਦੇ ਵਿੱਚ ਜਾ ਕੇ ਕਿਸੇ ਨੂੰ ਜਿਹੜਾ ਹੈ ਫਰੰਟ ਵਾਰੀਅਰ ਤੋਂ ਇਲਾਵਾ ਕਰੋਨਾ ਵੈਕਸੀਨ ਮਿਲ ਜਾਂਦੀ ਹੈ ਔਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਬੰਦਾ ਫਰੰਟ ਵਾਰੀਅਰ ਨਹੀਂ ਸੀ। ਇੱਦਾਂ ਹੀ ਕੁਝ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਕਿ ਉਹਨਾਂ ਲੋਕਾਂ ਨੂੰ ਜਿਹੜਾ ਹੈ ਪਹਿਲਾਂ ਵੈਕਸੀਨ ਮਿਲ ਰਹੀ ਹੈ ਜਿਹੜੇ ਕਿ ਆਥੋਰਾਈਜ਼ ਨਹੀਂ ਹੈ, ਜਿਨ੍ਹਾਂ ਨੂੰ ਹਜੇ ਰੋਲ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਅਜੇ ਵੈਕਸੀਨ ਨਹੀਂ ਮਿਲਣੀ ਸੀ। ਇਹ ਖਬਰ ਬੱਜ ਕ੍ਰੀਏਟ ਕਰ ਰਹੀ ਹੈ ਅਮਰੀਕਨ ਪੋਲਿਟਿਕਸ ਦੇ ਵਿੱਚ ਔਰ ਲਗਾਤਾਰ ਤੂਲ ਫੜਦੀ ਜਾ ਰਹੀ ਹੈ ਖਬਰ। ਬ੍ਰਾਈਬਿੰਗ ਡਾਕਟਰ ਐਂਡ ਸਰਕੂਲੇਸ਼ਨ ਵੈਕਸੀਨੇਸ਼ਨ ਅਪਾਇੰਟਮੈਂਟ ਕੋਡਸ, ਚੈਟਰਿੰਗ ਪਲੇਨਸ ਐਂਡ ਪਰਸੋਨੇਟਿੰਗ ਐਸੈਂਸ਼ੀਅਲ ਵਰਕਰਸ। ਡਾਕਟਰਸ ਨੂੰ ਕਈ ਥਾਂ ਤੇ ਬ੍ਰਾਈਬ ਕੀਤਾ ਜਾ ਰਿਹਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਡਾਇਰੈਕਟ ਜਿਹੜਾ ਹੈ, ਕਿਉਂਕਿ ਅਮਰੀਕਾ ਦੇ ਵਿੱਚ ਅਸੀਂ ਦੇਖਿਆ ਸੀ ਕਿ ਤੂਫਾਨ ਜਿਹੜਾ ਹੈ, ਬਰਫੀਲਾ ਤੂਫਾਨ ਲਗਾਤਾਰ ਆ ਰਿਹਾ ਸੀਗਾ ਔਰ ਇਸੇ ਚੱਲਦੇ ਜਿਹੜਾ ਹੈ ਡਾਇਰੈਕਟ ਫਾਰਮੇਸੀ ਤੋਂ ਜਿਹੜਾ ਹੈ ਡਾਟਾ ਜਿਹੜਾ ਹੈ ਜਾਂ ਇੱਕ ਡੋਜ਼ ਜਿਹੜੀ ਹੈ ਸ਼ਾਟ ਜਿਹੜੇ ਹੈ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਸੀਗੇ। ਪਰ ਜਿੱਦਾਂ ਹੀ ਇਹ ਆਈ ਹੈ ਖਬਰ ਕਿ ਡਾਇਰੈਕਟ ਫਾਰਮੇਸੀ ਤੋਂ ਤੁਸੀਂ ਜਾ ਕੇ ਲੈ ਸਕਦੇ ਹੋ, ਤਾਂ ਇਹਦੇ ਨਾਲ ਹੀ ਜਿਹੜਾ ਹੈ ਬ੍ਰਾਈਬਿੰਗ ਦਾ ਕੇਸਿਸ ਜਿਹੜੇ ਨੇ ਉਹ ਅੱਗੇ ਵੱਧ ਰਹੇ ਨੇ। ਫਿਲਹਾਲ ਜੇ ਇਸ ਖਬਰ ਨੂੰ ਮੈਂ ਪੂਰੀ ਡਿਟੇਲ ਦੇ ਨਾਲ ਦੇਖਾਂ ਤੇ ਇਹਦਾ ਫਸਟ ਪੈਰਾ ਜਿਹੜਾ ਹੈ ਉਹਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ। ਮੋਰ ਦੈਨ ਅ ਮੰਥ ਸਿੰਸ ਦਾ US first began administrating COVID-19 vaccine, many people who were not supposed to the first in line have received vaccination. A antidote है और report suggests some people have deliberately leveraged and widespread vulnerabilities in distribution process to acquire vaccine. ਅਮਰੀਕਾ ਵਰਗੇ ਮੁਲਕ ਦੇ ਉੱਤੋਂ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਅਗੇਨ ਮੈਨੂੰ ਲੱਗਦਾ ਕਿ ਉਹ ਬਾਰ-ਬਾਰ ਗੱਲ ਹੋ ਰਹੀ ਹੈ, ਪਰ ਉਹ ਗੱਲ ਜੇ ਕੀਤੀ ਨਾ ਜਾਵੇ ਤੇ ਇਹ ਗੱਲ ਦਾ ਜਿਹੜਾ ਹੈ ਇੱਕ ਪ੍ਰੋਪਰ ਪ੍ਰੋਸੈਸ ਜਿਹੜਾ ਸਾਨੂੰ ਸਮਝ ਨਹੀਂ ਆਏਗਾ। ਜੇ ਮੈਂ ਗੱਲ ਕਰਾਂ 6 ਜਨਵਰੀ ਦੀ, ਤਾਂ 6 ਜਨਵਰੀ ਤੋਂ ਬਾਅਦ ਇਹ ਲਗਾਤਾਰ ਸਾਡੇ ਸਾਹਮਣੇ ਖਬਰਾਂ ਇਹ ਆ ਰਹੀਆਂ ਨੇ। ਜਾਂ ਤਾਂ ਫਿਰ ਪਹਿਲਾਂ ਇਹ ਸੀ ਕਿ ਅਮਰੀਕਨ ਜਿਹੜੇ ਸੀਗੇ ਜਾਂ ਫਿਰ ਅਮਰੀਕਨ ਮੀਡੀਆ ਸੀਗਾ ਉਹ ਇੰਨਾ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਸੀ, ਇਹਨਾਂ ਚੀਜ਼ਾਂ ਨੂੰ ਪਬਲਿਸ਼ ਨਹੀਂ ਕਰ ਰਿਹਾ ਸੀ। ਹੁਣ 6 ਜਨਵਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਇੱਦਾਂ ਦੀ ਖਬਰ ਆਉਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਫਿਲਹਾਲ ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਕਿ ਇਸੇ ਹੀ ਨਿਊਜ਼ਪੇਪਰ ਨੇ ਕੀ ਹੋਰ ਲਿਖਿਆ ਹੈ। ਅਗਲੀ ਹੈਡਲਾਈਨ ਜਿਹੜੀ ਹੈ ਉਹ ਲਗਾਤਾਰ ਟਰੰਪ ਦੇ 9 ਫਰਵਰੀ ਵਾਲੀ ਘਟਨਾ ਦੇ ਨਾਲ ਸੰਬੰਧਿਤ ਹੈ, ਯਾਨੀ ਕਿ ਇੰਪੀਚਮੈਂਟ ਟ੍ਰਾਇਲ ਜਿਹੜਾ ਹੈ 9 ਫਰਵਰੀ ਤੋਂ ਸ਼ੁਰੂ ਹੋਣਾ ਹੈ ਔਰ ਇਸ ਦੇ ਨਾਲ ਹੀ ਮਿਲਦੀ ਜਿਹੜੀ ਇੱਕ ਖਬਰ ਹੈ ਉਹ ਅੱਗੇ ਹੈਡਲਾਈਨ ਬਣੀ ਹੈ। ਲਿਜ਼ ਚੈਨਿੰਗ ਕੀਪਸ ਜੌਬ ਐਜ਼ ਨੰਬਰ 3 ਹਾਊਸ ਰਿਪਬਲਿਕਨ ਸਪਾਈਟ ਹਰ ਇੰਪੀਚਮੈਂਟ ਵੋਟ ਬਟ 16 ਆਬਜੈਕਟਿਵ। ਕੱਲ ਇੱਕ ਜਿਹੜੀ ਹੈ ਲਗਾਤਾਰ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਰਿਪਬਲਿਕਨ ਹੈ ਉਹਨਾਂ ਦੇ ਵਿੱਚ ਸਾਨੂੰ ਲੱਗਦਾ ਸੀ ਕਿ ਅਮਰੀਕਨ ਡੈਮੋਕ੍ਰੇਸੀ ਦੇ ਵਿੱਚ ਇੱਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਸਾਨੂੰ ਲੱਗਦਾ ਸੀ ਕਿ ਅਮਰੀਕਨ ਡੈਮੋਕ੍ਰੇਸੀ ਦੇ ਵਿੱਚ ਸ਼ਾਇਦ ਇੱਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ, ਪਰ ਹੁਣ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਅਮਰੀਕਨ ਡੈਮੋਕ੍ਰੇਸੀ ਜਿਹੜੀ ਹੈ ਉਹ ਬਿਲਕੁਲ ਉਹਦੀ ਪੋਲਿਟਿਕਸ ਜਿਹੜੀ ਹੈ ਉਹਦਾ ਤਾਣਾ ਬਾਣਾ ਬਿਲਕੁਲ ਬਾਕੀ ਪੋਲਿਟਿਕਸ ਜਿਹੜੀਆਂ ਨੇ ਉਹਨਾਂ ਦੇ ਨਾਲ ਮਿਲਦਾ ਜੁਲਦਾ ਹੈ। ਇੰਪੀਚਮੈਂਟ ਟ੍ਰਾਇਲ ਹੋਣਾ ਹੈ, ਪਰ ਉਸ ਤੋਂ ਪਹਿਲਾਂ ਜਿਹੜੀ ਵੋਟਿੰਗ ਸੈਸ਼ਨ ਹੈ ਉਹਦੇ ਲਈ ਲਗਾਤਾਰ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ। ਬਹੁਤ ਸਾਰੇ ਰਿਪਬਲਿਕਨ ਲੀਡਰਸ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਨਾਮ ਵੀ ਲੈ ਰਿਹਾ ਹੈ, ਇਸ ਹੈਡਲਾਈਨਸ ਦੇ ਵਿੱਚ ਪੜਿਆ ਹੈ, ਲਿਜ਼ ਚੈਨੇ, ਉਹਨਾਂ ਨੇ ਵੀ ਜਿਹੜਾ ਹੈ ਅਗੇਂਸਟ ਟਰੰਪ ਜਿਹੜੀ ਹੈ ਵੋਟ ਕਰਨ ਦਾ ਫੈਸਲਾ ਲਿਆ ਹੈ। ਪਰ ਕੱਲ੍ਹ ਜਿਹੜੀ ਇੱਕ ਬੰਦ ਕਮਰੇ ਦੇ ਵਿੱਚ 2 ਘੰਟੇ ਦੀ ਮੀਟਿੰਗ ਹੁੰਦੀ ਹੈ ਰਿਪਬਲਿਕਨਸ ਦੀ, ਉਹਦੇ ਵਿੱਚ ਸ਼ਾਇਦ ਟਰੰਪ ਲਾਈਨ ਦੇ ਉੱਤੇ ਹੀ ਸਵਾਲ ਕੀਤਾ ਜਾ ਰਿਹਾ ਹੈ। ਲਾਇਲਟੀ ਜਿਹੜੀ ਹੈ ਉਹ ਟਰੰਪ ਪ੍ਰਤੀ ਦਿਖਾਈ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਲਗਾਤਾਰ ਕਿਤੇ ਨਾ ਕਿਤੇ ਦਬਾਅ ਪਾਇਆ ਜਾ ਰਿਹਾ ਹੈ ਸੈਨੇਟਸ ਨੂੰ ਐਂਡ ਹਾਊਸ ਆਫ ਕਾਮਨ ਦੇ ਮੈਂਬਰ ਨੂੰ, ਰਿਪਰੈਜ਼ੈਂਟੇਟਿਵ ਨੂੰ ਲਗਾਤਾਰ ਦਬਾਅ ਪਾ ਰਿਹਾ ਹੈ ਕਿ ਤੁਸੀਂ ਇੱਦਾਂ ਨਾ ਕਰੋ, ਕੁਛ ਕਰੋ, ਐਂ ਕਰੋ। ਇਹ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਸ਼ਾਇਦ
ਅਸੀਂ ਜੇ ਗੱਲ ਕਰੀਏ ਪੋਲਿਟਿਕਸ ਹਰ ਜਗ੍ਹਾ ਸੇਮ ਹੁੰਦੀ ਹੈ, ਪਰ ਲੈਵਲ ਆਫ ਜਿਹੜਾ ਥੱਲੇ ਡਿੱਗਣ ਦਾ ਹੈ ਉਹ ਕਿਸੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ, ਕਿਸੇ ਦੇਸ਼ ਦੇ ਵਿੱਚ ਘੱਟ ਹੁੰਦਾ ਹੈ। ਇਸ ਚੀਜ਼ ਨੂੰ ਲੈ ਕੇ ਹੈ। ਸੋ ਇਸ ਪੂਰੀ ਖਬਰ ਦੀ ਜੇ ਗੱਲ ਕਰਾਂ ਤੇ ਇਹਦੀ ਜਿਹੜੇ ਸਬ ਹੈਡਲਾਈਨਸ ਹੈ ਉਹਦੇ ਵਿੱਚ ਬਹੁਤ ਕੁਝ ਜਿਹੜਾ ਹੈ ਡਿਸਕ੍ਰਾਈਬ ਕੀਤਾ ਹੈ। ਮੈਂ ਬਿਲਕੁਲ ਉਸੇ ਤਰੀਕੇ ਨਾਲ ਪੜ੍ਹ ਰਿਹਾ ਜੋ ਕਿ ਇਹ ਲਿਖਿਆ ਹੋਇਆ ਹੈ। GOP ਰਿਪਬਲਿਕ ਲਿਜ਼ ਚੈਨੇ ਰਿਟੇਨਡ ਹਰ ਪੋਸਟ ਐਜ਼ ਅ ਥਰਡ ਮੋਸਟ ਪਾਵਰਫੁਲ ਹਾਊਸ ਰਿਪਬਲਿਕਨ sidestepping board backlash within the party for her vote last month to impeach the president Donald Trump। ਕਿਤੇ ਨਾ ਕਿਤੇ ਇਹ ਪ੍ਰੈਸ਼ਰ ਹੈ, ਕਿਤੇ ਨਾ ਕਿਤੇ ਇਹ ਡੈਮੋਕ੍ਰੇਸੀ ਦਾ ਜਿਹੜਾ ਹੈ ਇੱਕ ਤਰੀਕੇ ਨਾਲ ਕਹਿ ਲਈਏ ਕਿ ਫੇਰ ਬਦਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਕਿਸੇ ਉੱਤੇ ਦਬਾਅ ਪਾ ਕੇ ਉਹ ਡਿਸੀਜ਼ਨ ਮੇਕਿੰਗ ਬਣਾਈ ਜਾਂਦੀ ਹੈ, ਡਿਸੀਜ਼ਨ ਨੂੰ ਬਦਲਿਆ ਜਾਂਦਾ ਹੈ, ਤਾਂ ਫਿਰ ਉਹ ਡੈਮੋਕ੍ਰੇਸੀ ਨਹੀਂ ਰਹਿੰਦੀ, ਜਾਂ ਫਿਰ ਇਹ ਕਹਿ ਲਓ ਕਿ ਉਹ ਪੋਲੀਟਿਕਸ ਨਹੀਂ ਰਹਿੰਦੀ ਜਿਹੜੀ ਪੋਲੀਟਿਕਸ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਨੇ, ਜਿਨ੍ਹਾਂ ਨੂੰ ਲੋਕ ਜਿਹੜੇ ਨੇ ਜਿਨ੍ਹਾਂ ਪੋਲੀਟਿਕਸ ਦੇ ਉੱਤੇ ਚੱਲਣਾ ਸ਼ੁਰੂ ਕਰਦੇ ਨੇ। ਫਿਲਹਾਲ ਅੱਗੇ ਵਧਦੇ ਹਾਂ ਤੇ ਇਸੇ ਹੀ ਨਿਊਜ਼ਪੇਪਰ ਦੇ ਵਿੱਚ ਅਗਲੀ ਜਿਹੜੀ ਹੈਡਲਾਈਨ ਹੈ, ਐਂਡਰੇ ਹਿਲ ਸ਼ੁੱਡ ਨਾਟ ਬੀ ਡੈਡ, ਫਾਰਮਰ ਕੋਲੰਬਸ ਪੁਲਿਸ ਆਫਿਸਰ ਐਡਮ ਕੋਏ ਇੰਡੀਕੇਟ ਫॉर ਮਰਡਰ ਆਫ ਅਨਆਰਮਡ ਬਲੈਕ ਮੈਨ। ਅਸੀਂ ਦੇਖਿਆ ਕਿ ਅਕਸਰ ਸਾਨੂੰ ਵੀ ਲੱਗਦਾ ਕਿ ਫੇਕ ਐਨਕਾਊਂਟਰ ਹੁੰਦੇ ਨੇ ਸਾਡੇ ਮੁਲਕ ਦੇ ਵਿੱਚ। ਬਹੁਤ ਵਾਰ ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਭਾਰਤ ਵਰਗੇ ਮੁਲਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਕਸਰ ਸਾਡੇ ਸਾਹਮਣੇ ਆਉਂਦੀਆਂ ਨੇ। ਸ਼ਹਾਬੂਦੀਨ ਇੱਕ ਇੱਦਾਂ ਦਾ ਕੇਸ ਸੀਗਾ ਜਿਹਦੇ ਵਿੱਚ ਫੇਕ ਐਨਕਾਊਂਟਰ ਨੂੰ ਲੈ ਕੇ ਲਗਾਤਾਰ ਟਸਲ ਚੱਲਦਾ ਰਿਹਾ ਗਵਰਨਮੈਂਟ ਦੇ ਨਾਲ। ਇਸ ਤੋਂ ਇਲਾਵਾ ਇੱਦਾਂ ਦੇ ਹੋਰ ਬਹੁਤ ਸਾਰੇ ਕੇਸਿਸ ਨੇ, ਪਰ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਵੀ ਹੀ ਸੇਮ ਹੈ। ਅਗੇਨ ਹੁਣ ਇੱਕ ਤਰੀਕੇ ਨਾਲ ਪਤਾ ਲੱਗ ਗਿਆ ਕਿ ਜਿੱਥੇ ਅਸੀਂ ਕਹਿੰਦੇ ਹਾਂ ਕਿ ਵਰਲਡ ਜਿਹੜਾ ਹੈ ਇੱਕ ਗਲੋਬਲ ਵਿਲੇਜ ਬਣ ਚੁੱਕਾ ਹੈ, ਉੱਥੇ ਹੀ ਜਿਹੜੇ ਗਿਰੇ ਹੋਏ ਸਤਰ ਦੀ ਪੋਲਿਟਿਕਸ ਹੈ ਉਹ ਵੀ ਇਸ ਗਲੋਬਲ ਵਿਲੇਜ ਦਾ ਹਿੱਸਾ ਹੈ। ਅਸੀਂ ਸ਼ਾਇਦ ਅਮਰੀਕਾ ਤੋਂ ਸਿੱਖਦੇ ਹਾਂ ਔਰ ਫਿਰ ਸਾਡੇ ਮੁਲਕ ਦੇ ਵਿੱਚ ਅਸੀਂ ਲਾਗੂ ਕਰਦੇ ਹਾਂ। ਇੱਦਾਂ ਹੀ ਕੋਈ ਜਿਹੜਾ ਹੈ ਉਹ ਸਾਡੇ ਤੋਂ ਸਿੱਖ ਕੇ ਕਿਸੇ ਹੋਰ ਮੁਲਕ ਦੇ ਵਿੱਚ ਲਾਗੂ ਕਰ ਰਿਹਾ ਹੈ। ਇੱਕ ਤਰੀਕੇ ਨੂੰ ਅਸੀਂ ਇੰਸਪਾਇਰ ਕਰ ਰਹੇ ਹਾਂ। ਜਦੋਂ ਅਸੀਂ ਗਲੋਬਲ ਚੇਨ ਦੀ ਗੱਲ ਕਰਦੇ ਹਾਂ ਤੇ ਚੰਗੀਆਂ ਚੀਜ਼ਾਂ ਜਿੱਥੇ ਸਾਨੂੰ ਇੰਸਪਾਇਰ ਕਰਦੀਆਂ ਨੇ, ਉੱਥੇ ਹੀ ਸਾਨੂੰ ਬੁਰੀਆਂ ਚੀਜ਼ਾਂ ਵੀ ਇੰਸਪਾਇਰ ਕਰਦੀਆਂ ਨੇ। ਸਿੰਥੈਟਿਕ ਡਰੱਗ ਦੀ ਗੱਲ ਕਰਾਂ ਤੇ ਸਿੰਥੈਟਿਕ ਡਰੱਗ ਜਿਹੜਾ ਹੈ ਉਹ ਉਹਨਾਂ ਮੁਲਕਾਂ ਦੇ ਵਿੱਚੋਂ ਚੱਲਿਆ ਸੀ ਜਿਹੜੇ ਕਿ ਬਹੁਤ ਡਿਵੈਲਪ ਮੁਲਕ ਸੀਗੇ। ਸ਼ਾਇਦ ਦੂਸਰੇ ਮੁਲਕਾਂ ਦੇ ਵਿੱਚ ਜਿਹੜੇ ਅੰਡਰ ਡਿਵੈਲਪ ਸੀਗੇ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਨਹੀਂ ਸੀ, ਪਰ ਹੁਣ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਹਿੱਟ ਜਿਹੜਾ ਕੀਤਾ ਹੈ ਜਾਂ ਤਾਂ ਉਹ ਡਿਵੈਲਪਿੰਗ ਮੁਲਕ ਨੂੰ ਇਹਨਾਂ ਨੇ ਕੀਤਾ ਹੈ ਸਿੰਥੈਟਿਕ ਡਰੱਗ ਨੇ, ਜਾਂ ਫਿਰ ਜਿਹੜਾ ਹੈ ਜਿਹੜੇ ਅੰਡਰ ਡਿਵੈਲਪ ਨੇ ਉਹਨਾਂ ਮੁਲਕਾਂ ਨੂੰ ਕੀਤਾ ਹੈ ਸਿੰਥੈਟਿਕ ਡਰੱਗ ਨੇ ਸਭ ਤੋਂ ਜ਼ਿਆਦਾ ਜਿਹੜਾ ਇਹ ਕਹਿ ਲਈਏ ਕਿ ਪ੍ਰਭਾਵਿਤ ਕੀਤਾ ਹੈ। ਫਿਲਹਾਲ ਅੱਗੇ ਵਧਦਾ ਹਾਂ ਤੇ ਇਸੇ ਦੇ ਵਿੱਚ ਲਿਖਿਆ ਹੈ ਕਿ ਐਨ ਓਹੀਓ ਗ੍ਰੈਂਡ ਜੂਰੀ ਹੈਜ਼ ਇੰਡੀਕੇਟਡ ਫਾਰਮਰ ਕੋਲੰਬਸ ਪੁਲਿਸ ਆਫਿਸਰ ਐਡਮ ਕੋਏ ਫॉर ਦ ਸ਼ੂਟਿੰਗ ਡੈਥ ਆਫ ਐਂਡਰੇ ਹਿਲ ਐਂਡ ਅਨਆਰਮਡ ਬਲੈਕ ਮੈਨ। ਜਦੋਂ ਅਸੀਂ ਕਿਸੇ ਨਿਹੱਤੇ ਦੇ ਉੱਤੇ ਹਮਲਾ ਕਰਦੇ ਹਾਂ, ਫਿਲਹਾਲ ਜਦੋਂ ਅਸੀਂ ਗਵਰਨਮੈਂਟ ਦੀ ਗੱਲ ਕਰੀਏ ਜਾਂ ਫਿਰ ਅਸੀਂ ਫੋਰਸਿਸ ਦੀ ਗੱਲ ਕਰ ਲਈਏ, ਪਹਿਲਾਂ ਤਾਂ ਫੋਰਸਿਸ ਜਦੋਂ ਉਹਨਾਂ ਨੂੰ ਸਿਖਾਇਆ ਜਾਂਦਾ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਟ੍ਰੇਨਿੰਗ ਤੋਂ ਪਹਿਲਾਂ ਇਹ ਸਮਝਾਇਆ ਜਾਂਦਾ ਹੈ ਕਿ ਡੈਥ ਇਜ਼ ਨਾਟ ਅ ਸੋਲਿਊਸ਼ਨ। ਤੁਸੀਂ ਐਨਕਾਊਂਟਰ ਜਦੋਂ ਕਰਨਾ ਹੈ, ਐਨਕਾਊਂਟਰ ਇਜ਼ ਨਾਟ ਅ ਸੋਲਿਊਸ਼ਨ। ਬਿਫੋਰ ਐਨਕਾਊਂਟਰ ਤੁਸੀਂ ਬਹੁਤ ਸਾਰੇ ਸਟੈਪ ਲੈ ਸਕਦੇ ਹੋ। ਵਾਰਨਿੰਗ ਸਟੈਪ ਹੋ ਸਕਦਾ ਹੈ ਐਂਡ ਸ਼ੋਲਡਰ ਹਿੱਟ ਹੋ ਸਕਦਾ ਹੈ, ਲੈਗ ਹਿੱਟ ਹੋ ਸਕਦਾ ਹੈ, ਪਰ ਤੁਸੀਂ ਇਸ ਜਗ੍ਹਾ 'ਤੇ ਹਿੱਟ ਨਹੀਂ ਕਰਨਾ ਜਿਸ ਦੇ ਨਾਲ ਉਹ ਬੰਦਾ ਮਰ ਜਾਵੇ। ਪਰ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਸੈਲਫ ਮੋਟੀਵੇਟਡ ਜਾਂ ਪੋਲੀਟੀਕਲ ਮੋਟੀਵੇਟਡ ਡਿਸੀਜ਼ਨ ਹੁੰਦੇ ਨੇ ਤਾਂ ਉੱਥੇ ਫੋਰਸਿਸ ਜਿਹੜੀਆਂ ਨੇ ਉਹ ਆਪਣੀ ਮਰਜ਼ੀ ਕਰਦੀਆਂ ਨੇ ਤੇ ਬਹੁਤ ਸਾਰੇ ਫੇਕ ਐਨਕਾਊਂਟਰ ਵੀ ਹੁੰਦੇ ਨੇ। ਸੋ ਇਹ ਸੀ US ਟੂਡੇ। ਅੱਗੇ ਵਧਦੇ ਹਾਂ ਵਾਲ ਸਟਰੀਟ ਜਰਨਲ ਵੱਲ। ਵਾਲ ਸਟਰੀਟ ਜਰਨਲ ਦੀ ਗੱਲ ਕਰਾਂ ਤੇ ਵਾਲ ਸਟਰੀਟ ਜਰਨਲ ਜਿਹੜੀ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜਾ ਹੈ ਐਮਾਜ਼ੋਨ CEO ਦੇ ਬਾਰੇ ਗੱਲ ਕਰ ਰਹੀ ਹੈ। ਇਸ ਵਾਰ ਵੀ ਉਹਨਾਂ ਦੀ ਜਿਹੜੀ ਹੈਡਲਾਈਨ ਹੈ ਉਹ ਐਮਾਜ਼ੋਨ CEO ਦੇ ਨਾਲ ਮਿਲਦੀ ਹੈ। ਜੈਫ ਬੈਜ਼ੋਸ ਐਗਜ਼ਿਟ ਐਜ਼ ਅ CEO ਬਟ ਹਿਜ਼ ਰੋਲ ਐਟ ਐਮਾਜ਼ੋਨ ਵਿਲ ਲਾਈਕਲੀ ਬੀ ਲਿਮਿਟਡ। ਸਾਨੂੰ ਪਤਾ ਸੀ ਕਿ ਉਹ ਐਗਜ਼ੀਕਿਊਟਿਵ ਚੇਅਰ ਜਿਹੜੀ ਆ ਉਹਨੂੰ ਹੈਡ ਕਰਨਗੇ। ਨਵੇਂ ਜਿਹੜੇ CEO ਆਉਣਗੇ ਉਹ ਜਿਹੜੇ ਉਹ ਬਹੁਤ ਕਲੋਜ਼ ਸੀਗੇ ਨੇ, ਉਹਨਾਂ ਨੇ ਲਗਾਤਾਰ ਪ੍ਰਮੋਟ ਕੀਤਾ ਹੈ ਐਮਾਜ਼ੋਨ ਨੂੰ। ਬਿਹਾਈਂਡ ਦਾ ਸੀਨ ਦ ਫਾਊਂਡਰ ਹੈਡ ਬੀਨ ਲੇਇੰਗ ਦ ਗਰਾਊਂਡ ਵਰਕ ਫॉर ਸੱਚ ਅ ਮੂਵ ਫॉर ਈਅਰ ਇਨਵੋਲਵਿੰਗ ਹਿਮਸੈਲਫ ਲੈਸ ਐਂਡ ਲੈਸ ਇਨ ਡੇ ਟੂ ਡੇ ਮੈਨੇਜਮੈਂਟ। ਕਿਤੇ ਨਾ ਕਿਤੇ ਲੱਗ ਰਿਹਾ ਕਿ ਜੈਫ ਹੋਣੀ ਜਿਹੜੇ ਨੇ ਉਹ ਰਿਲੀਵ ਚਾਹੁੰਦੇ ਨੇ। ਉਹ ਰਿਲੀਵ ਇਸ ਤਰੀਕੇ ਨਾਲ ਹੋਏਗਾ ਕਿ ਜਿਹੜੀ ਬੈਕਐਂਡ ਹੈ, ਬੈਕਐਂਡ ਸਪੋਰਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਲਗਾਤਾਰ ਦਿੱਤੀ ਜਾਊਗੀ ਉਹਨਾਂ ਦੇ ਵਰਕਰਸ ਨੂੰ, ਉਹਨਾਂ ਦੇ ਕੋਲੀਗਸ ਨੂੰ ਐਂਡ ਜਿਹੜੇ ਅਪਕਮਿੰਗ CEO ਆ। ਇਸ ਤੋਂ ਇਲਾਵਾ ਇਸ ਹੀ ਖਬਰ ਦੇ ਵਿੱਚ ਜਿਹੜਾ ਹੈ ਲਿਜ਼ ਨੂੰ ਲੈ ਕੇ ਜਿਹੜੀ ਹੈ ਅਗੇਨ ਹੈਡਲਾਈਨ ਬਣੀ ਹੈ, ਲਿਜ਼ ਚੈਨੇ ਫੈਂਡਸ ਆਫ ਐਫਰਟਸ ਟੂ ਆਊਟਸਟ ਹਰ ਫਰੋਮ GOP ਲੀਡਰਸ਼ਿਪ ਓਵਰ ਟਰੰਪ ਕ੍ਰਿਟਿਸਿਜ਼ਮ। ਕਿਤੇ ਨਾ ਕਿਤੇ ਕਹਿ ਰਿਹਾ ਕਿ ਲਿਜ਼ ਨੂੰ ਹੱਥ ਧੋਣੇ ਪੈ ਸਕਦੇ ਨੇ ਔਰ ਟਰੰਪ ਕ੍ਰਿਟਿਸਿਜ਼ਮ ਜਿੱਥੇ ਵੀ ਹੋ ਰਿਹਾ ਲੱਗ ਰਿਹਾ ਕਿ ਪਾਰਟੀ ਜਿਹੜੀ ਹੈ ਉਹ ਆਪਣੀ ਹੁਣ ਲਾਈਨ ਛੱਡ ਕੇ ਸਿਰਫ ਤੇ ਸਿਰਫ ਟਰੰਪਿਜ਼ਮ ਵੱਲ ਚਲੇਗੀ ਹੈ। ਕਿਉਂਕਿ ਹੁਣ ਜਦੋਂ ਅਸੀਂ ਦੇਖਿਆ ਸੀ ਕਿ ਟਰੰਪ ਉਹਨਾਂ ਦੇ ਉੱਤੇ ਪ੍ਰਾਊਡ ਆਰਮੀ ਨਾਲ ਮਿਲਣ ਦੇ ਦੋਸ਼ ਲਾਏ ਸੀ ਕਿ ਉਹਨਾਂ ਨੂੰ ਉਹ ਪ੍ਰਮੋਟ ਕਰ ਰਹੇ ਨੇ, ਤਾਂ ਟਰੰਪ ਹੁਣਾਂ ਦੇ ਜਿਹੜੇ ਟਵੀਟ ਸੀਗੇ ਉਹ ਤਾਂ ਲਵ ਯੂ ਵਰਗੇ ਸੀਗੇ ਕਿ ਵੀ ਲਵ ਯੂ ਆਲ ਪਲੀਜ਼ ਗੋ ਬੈਕ ਟੂ ਹੋਮ, ਇੱਦਾਂ ਦੇ ਟਵੀਟ ਆਏ ਸੀਗੇ। ਪਰ ਇਸ ਦੇ ਨਾਲ ਹੀ ਇਹ ਟਵੀਟ ਮਿਲ ਗਏ ਸੀਗੇ ਕਿ ਲਗਾਤਾਰ ਉਹਨਾਂ ਦੇ ਜਿਹੜੇ ਬੇਟੇ ਸੀਗੇ ਉਹ ਇਹ ਕਹਿ ਰਹੇ ਸੀ ਕਿ ਦਿਸ ਪਾਰਟੀ ਇਜ਼ ਨਾਟ ਓਨਲੀ ਬਿਲੋਂਗਸ ਟੂ ਯੂ, ਨਾਓ ਇਟ ਇਜ਼ ਅ ਪਾਰਟੀ ਬਿਲੋਂਗਸ ਟੂ ਮਾਈ ਫਾਦਰ। ਮੀਨਸ ਟਰੰਪ ਹੁਣਾਂ ਦੀ ਗੱਲ ਕਰ ਰਹੇ ਸੀ ਉਹ ਕਿ ਟਰੰਪ ਹੁਣਾਂ ਦੀ ਪਾਰਟੀ ਹੈ, ਹੁਣ ਤੁਸੀਂ ਜਿਹੜਾ ਹੈ ਇਹ ਨਹੀਂ ਕਹਿ ਸਕਦੇ ਕਿ ਪਾਰਟੀ ਇਕੱਲੀ ਹੈ। ਸੋ ਹੁਣ ਇਹ ਐਵੀਡੈਂਟ ਹੋ ਗਿਆ ਹੈ, ਇਹ ਸਾਹਮਣੇ ਆ ਗਿਆ ਹੈ ਕਿ ਟਰੰਪ ਹੁਣਾਂ ਨੇ ਇਹ ਪਾਰਟੀ ਜਿਹੜੀ ਹੈ ਹਾਈਜੈਕ ਕਰ ਲਈ ਹੈ। ਪ੍ਰੈਸ਼ਰ ਹੈ ਲਗਾਤਾਰ ਔਰ ਜੋ ਕੋਈ ਉਹਨਾਂ ਦੇ ਖਿਲਾਫ ਬੋਲ ਰਿਹਾ ਹੈ ਉਸ ਨੂੰ ਸ਼ਾਇਦ
ਆਊਟਡੋਰ ਜਿਹੜੀ ਹੈ ਉਹ ਵੇਖਣੀ ਪੈ ਸਕਦੀ ਹੈ। ਇਸੇ ਅਖਬਾਰ ਯਾਨੀ ਕਿ ਵਾਲ ਸਟਰੀਟ ਜਰਨਲ ਨੇ ਜਿਹੜੀ ਅਗਲੀ ਖਬਰ ਛਾਪੀ ਹੈ ਉਹ ਇਟਲੀ ਹੈ। ਫਿਰ ਅਸੀਂ ਚੱਲਦੇ ਹਾਂ ਡਾਇਰੈਕਟ ਇਟਲੀ, ਐਂਡ ਇਟਲੀ ਦੇ ਵਿੱਚ ਜਿਹੜੀ ਖਬਰ ਹੈ ਉਹ ਹੈ, ਹੈਡਲਾਈਨ ਜਿਹੜੀ ਬਣੀ ਹੈ, ਇਟਲੀ ਐਂਡ ਯੂਰਪ ਲੁੱਕ ਐਟ ਮਾਰੀਓ ਡਰੇਗ ਟੂ ਸੋਲਵ ਅਨਦਰ ਕ੍ਰਾਈਸਿਸ। ਮੈਂ ਦੱਸਦਾ ਕਿ ਮਾਰੀਓ ਡਰੇਗ ਜਿਹੜੇ ਨੇ ਉਹ ਵਰਲਡ ਬੈਂਕ ਦੇ ਚੇਅਰਮੈਨ ਰਹਿ ਚੁੱਕੇ ਨੇ, ਐਂਡ ਫਿਲਹਾਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਹੈ ਕਿ ਮਾਰੀਓ ਡਰੇਗ ਜਿਹੜੇ ਨੇ ਨਾਓ ਜੰਪ ਇਨ ਟੂ ਦ ਪੋਲੀਟਿਕਸ। ਸੋ ਮਾਰੀਓ ਡਰੇਗ, ਦ ਫਾਰਮਰ ਹੈਡ ਆਫ ਯੂਰਪੀਅਨ ਸੈਂਟਰਲ bank, want wide praise from financial maker at the European Union after he diffused the continent debt crisis by promising to the whatever it takes to save the euro। ਉਹਨਾਂ ਨੇ ਬਹੁਤ ਸਾਰੇ ਜਿਹੜੇ ਕੰਮ ਕੀਤੇ ਨੇ, ਪਰ ਉਸ ਤੋਂ ਇਲਾਵਾ ਹੁਣ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦਾ ਪੋਲੀਟੀਕਲ ਕਰੀਅਰ ਜਿਹੜਾ ਹੈ ਉਹ ਵੀ ਬਿਗਨ ਹੋ ਸਕਦਾ ਹੈ। ਹੋਪ ਫॉर ਦੀ ਬੈਸਟ। ਹਜੇ ਨਿਊਜ਼ ਜਿਹੜੀ ਹੈ ਉਹ ਇੰਨਾ ਬੱਜ ਨਹੀਂ ਕ੍ਰੀਏਟ ਕਰ ਰਹੀ, ਇੰਨੀ ਜ਼ਿਆਦਾ ਖੁੱਲ੍ਹ ਕੇ ਨਹੀਂ ਸਾਹਮਣੇ ਆ ਰਹੀ, ਪਰ ਇਹਦੇ ਸੈਕਿੰਡ ਪੈਰਾ ਦੇ ਵਿੱਚ ਇਹਨਾਂ ਨੇ ਇਹ ਕਲੀਅਰ ਕਰ ਦਿੱਤਾ ਸੀਗਾ that couldn't turn out to be an easy part. Mr. Draghi must now show he has what it takes to become Italy's next prime minister। ਸੋ ਕਿਤੇ ਨਾ ਕਿਤੇ ਇੰਡੀਕੇਸ਼ਨ ਜਿਹੜੀਆਂ ਨੇ ਉਹ ਇਸ ਵੱਲ ਜਾ ਰਹੀਆਂ ਨੇ। ਸੋ ਲੈਟਸ ਸੀ ਕੀ ਹੁੰਦਾ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਫਿਲਹਾਲ ਅੱਗੇ ਵਧਦੇ ਹਾਂ ਤੇ ਨਿਊਜ਼ ਡੇ ਨੇ ਕੀ ਲਿਖਿਆ ਹੈ ਦੇਖਦੇ ਹਾਂ। ਨਿਊਜ਼ ਡੇ ਨੇ ਜਿਹੜੀਆਂ ਨੇ ਬਹੁਤ ਸਾਰੀਆਂ ਹੈਡਲਾਈਨਸ ਬਣਾਈਆਂ ਨੇ, ਔਰ ਇਹਨਾਂ ਦੀ ਟੌਪ ਪ੍ਰਾਇੋਰਟੀ ਤੇ ਹਮੇਸ਼ਾ ਜਿਹੜਾ ਹੈ ਟੈਂਪਰੇਚਰ ਰਹਿੰਦਾ ਹੈ, ਔਰ ਲਗਾਤਾਰ ਇਹ ਇਨਵਾਇਰਨਮੈਂਟ ਨੂੰ ਲੈ ਕੇ ਗੱਲ ਕਰਦੇ ਨੇ ਔਰ ਦੱਸਦੇ ਨੇ ਕਿ ਮੌਸਮ ਕਿਵੇਂ ਦਾ ਹੈ। ਫਿਲਹਾਲ ਜਿਹੜੀਆਂ ਅੱਜ ਹੈਡਲਾਈਨਸ ਬਣੀਆਂ ਨੇ ਅਪਾਰਟ ਫਰੋਮ ਮੌਸਮ, ਉਹ ਹੈ ਸਟੇਟ ਆਰਡਰ ਟੂ ਰਿਲੀਜ਼ ਡਾਟਾ ਔਨ COVID-19 ਰਿਲੇਟਿਡ ਨਰਸਿੰਗ ਹੋਮਸ ਡੈਥ। ਜਿਹੜਾ ਕਿ ਜਿਹੜੇ ਫਰੰਟ ਵਾਰੀਅਰ ਨੇ ਉਹਨਾਂ ਦੀ ਡੈਥ ਨੂੰ ਲੈ ਕੇ ਜਿਹੜਾ ਹੈ ਡਾਟਾ ਰਿਲੀਜ਼ ਕਰਨ ਦੀ ਮੰਗ ਕੀਤੀ ਗਈ ਹੈ। ਜੱਜ ਆਰਡਰਡ ਦ ਸਟੇਟ ਟੂ ਪ੍ਰੋਵਾਈਡ ਦ ਡਾਟਾ ਵਿਦਨ 5 to 2 ਗਰੁੱਪਸ ਦੈਟ ਹੈਡ ਸਿਊਡ ਫॉर ਇਟ। ਯਾਨੀ ਕਿ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਲੋਕ ਫਰੰਟ 'ਤੇ ਆ ਕੇ ਕੰਮ ਕਰਦੇ ਨੇ ਉਹਨਾਂ ਦਾ ਨਾਮ ਸਾਹਮਣੇ ਨਹੀਂ ਆਉਂਦਾ, ਪਰ ਜਦੋਂ ਅਸੀਂ ਵੱਡੇ ਮੁਲਕਾਂ ਦੀ ਗੱਲ ਕਰਦੇ ਹਾਂ ਉੱਥੇ ਹਰ ਕਿਸੇ ਨੂੰ ਉੱਦਾਂ ਦਾ ਬਣਦਾ ਸਨਮਾਨ ਹਮੇਸ਼ਾ ਦਿੱਤਾ ਜਾਂਦਾ ਹੈ। ਅੱਗੇ ਇਸ ਤੋਂ ਬਾਅਦ ਜਿਹੜੀ ਹੈ ਵੈਕਸੀਨ ਨੂੰ ਲੈ ਕੇ ਖਬਰ ਜਿਹੜੀ ਹੈ ਉਹ ਬਣਦੀ ਹੈ। ਵੈਕਸੀਨ ਨੂੰ ਲੈ ਕੇ ਇਹਨਾਂ ਨੇ ਕਿਹਾ ਹੈ ਕਿ state more than 25,000 to get vaccine this week at pop-up sites। ਜਿਨ੍ਹਾਂ ਸਾਈਟਸ ਉੱਤੇ ਲਗਾਤਾਰ ਕੇਸਿਸ ਜਿਹੜੇ ਨੇ ਵੱਧ ਰਹੇ ਨੇ, ਉਹਨਾਂ ਦੇ ਸਾਈਟਸ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੈਕਸੀਨੇਟਡ ਜਿਹੜਾ ਪ੍ਰੋਸੈਸ ਹੈ ਉਹਦਾ ਪਾਰਟ ਬਣਨਗੇ। A mosque and Roman Catholic church on Long Island were among 35 sites the state is setting up this week, targeting group in some of the most affected communities। A mass vaccination site is set to open Friday at Yankee Stadium। ਅਗੇਨ ਦੇਖੋ, ਅਮਰੀਕਨ ਦੀ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਉਹ ਇਸ ਟਾਈਮ ਕਰੋਨਾ ਨੂੰ ਲੈ ਕੇ ਹੈ, ਪੈਂਡੇਮਿਕ ਨੂੰ ਮੈਨੇਜ ਕਰਨ ਨੂੰ ਲੈ ਕੇ ਹੈ, ਕਿਉਂ ਸਾਨੂੰ ਪਤਾ ਹੈ ਕਿ ਲਗਾਤਾਰ ਟਸਲ ਸੀ ਬਿਟਵੀਨ ਰਿਪਬਲਿਕਨ ਐਂਡ ਡੈਮੋਕ੍ਰੈਟ ਦੇ ਵਿੱਚ ਜਿਹੜਾ ਪੈਕੇਜ ਦਿੱਤਾ ਜਾਣਾ ਹੈ, ਜਿੱਥੇ ਡੈਮੋਕ੍ਰੈਟ ਕਹਿ ਰਹੇ ਸੀ ਕਿ ਉਹ ਟ੍ਰਿਲੀਅਨ ਦੇ ਵਿੱਚ ਹੋਣਾ ਚਾਹੀਦਾ ਹੈ, ਔਰ ਉੱਥੇ ਰਿਪਬਲਿਕ ਇੱਕ ਆਫਰ ਕਰ ਰਹੇ ਸੀ ਕਿ ਇਹਨੂੰ ਸਿਰਫ ਬਿਲੀਅਨ ਦੇ ਵਿੱਚ ਰੱਖਿਆ ਜਾਵੇ। ਚਲੋ ਇਸ ਨੂੰ ਲੈ ਕੇ ਇਹ ਲੱਗਦਾ ਹੈ ਕਿ ਬਾਈਡਨ ਗਵਰਨਮੈਂਟ ਜਿਹੜੀ ਹੈ ਬਹੁਤ ਜ਼ਿਆਦਾ ਸੀਰੀਅਸ ਹੈ, ਐਂਡ ਉਹ ਲਗਾਤਾਰ ਇੱਕ ਬਲੂਪ੍ਰਿੰਟ ਪਲਾਨ ਜਿਹੜਾ ਹੈ ਉਹ ਸਾਡੇ ਸਾਹਮਣੇ ਪੇਸ਼ ਕਰ ਰਹੀ ਹੈ। ਅੱਗੇ ਵਧਦੇ ਹਾਂ ਤੇ ਨਿਊਯਾਰਕ ਟਾਈਮ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਹੈਡਲਾਈਨ ਜਿਹੜੀ ਹੈ ਉਹ ਬਹੁਤ ਇੱਕ ਭਾਵੁਕ ਕਰਨ ਵਾਲੀ ਹੈ। ਬਹੁਤ ਸੋਹਣੇ ਕਲਾਜ ਫੋਟੋਜ਼ ਕਲਾਜ ਜਿਹੜਾ ਹੈ ਇਹਨਾਂ ਨੇ ਲਾਇਆ ਹੋਇਆ ਹੈ, ਐਂਡ ਨੀਚੇ ਹੈਡਲਾਈਨ ਹੈ ਆਫਿਸਰ ਇਜ਼ ਆਨਰਡ ਐਟ ਦ ਕੈਪੀਟਲ, ਹੀ ਹੈਲਪ ਪ੍ਰੋਟੈਕਟ। ਜਿਹੜਾ ਬ੍ਰੇਨ ਸਿਕਨਿਕ ਹੈ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਸ਼ਰਧਾਂਜਲੀ ਦਿੱਤੀ ਗਈ ਹੈ, ਔਰ ਇਹ ਖਬਰਾਂ ਵਰਲਡ ਵਾਈਡ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ। ਇਹ ਖਬਰਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੈ ਜਿਵੇਂ ਸੰਦੀਪ ਧਾਲੀਵਾਲ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਸੀ, ਫੋਟੋਜ਼ ਵਾਇਰਲ ਹੋ ਰਹੀਆਂ ਸੀ, ਐਂਡ ਹੁਣ ਇਹ ਲੱਗਦਾ ਹੈ ਕਿ ਬ੍ਰੇਨ ਸਿਕਨਿਕ ਇੱਕ ਹੀਰੋ ਬਣ ਗਿਆ ਹੈ, ਵਰਲਡ ਦਾ ਹੀਰੋ ਬਣ ਗਿਆ ਹੈ, ਔਰ ਅਮਰੀਕਾ ਲਗਾਤਾਰ ਉਸ ਨੂੰ ਪ੍ਰਮੋਟ ਵੀ ਕਰ ਰਿਹਾ ਹੈ। ਫਿਲਹਾਲ ਮੈਂ ਅੱਗੇ ਵਧਦਾ ਤੇ ਬ੍ਰੇਨ ਸਿਕਨਿਕ, ਦਾ ਆਫਿਸਰ ਹੂ ਡਾਈਡ ਫਰੋਮ injury sustained while clashing with the mob that stormed at the Capitol Hill was the 5th person to lie in honor there। ਉਹ ਪੰਜਵਾਂ ਬੰਦਾ ਸੀਗਾ ਜਿਹਦੀ ਡੈਥ ਹੋ ਗਈ ਸੀਗੀ, ਐਂਡ ਇਸ ਡੈਥ ਨੂੰ ਜਿਹੜਾ ਹੈ ਜਾਇਆ ਨਹੀਂ ਦਿੱਤਾ ਜਾ ਰਿਹਾ। ਲਗਾਤਾਰ ਉਹਦੇ ਉੱਤੇ ਇੰਪੀਚਮੈਂਟ ਦੇ ਟਰਾਇਲ ਵੀ ਹੋ ਰਹੇ ਨੇ, ਐਂਡ ਪ੍ਰਾਊਡ ਆਰਮੀ ਦੇ ਉੱਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਸੋ ਵੈਨ ਆਈ ਐਮ ਵਾਚਿੰਗ ਦਿਸ ਫੋਟੋਜ਼, ਇਹ ਫੋਟੋਜ਼ ਇੱਦਾਂ ਹੈ ਕਿ ਤੁਹਾਨੂੰ ਜਿਹੜਾ ਹੈ ਝੁੰਝਾ ਕੇ ਰੱਖ ਦੇਣ। ਇੱਦਾਂ ਲੱਗਦਾ ਹੈ ਕਿ ਸ਼ਾਇਦ ਯਾਰ ਇੱਦਾਂ ਦੀ ਚੀਜ਼ ਜਿਹੜੀ ਹੈ ਕਿਸੇ ਵੀ ਮੁਲਕ ਦੇ ਕਿਸੇ ਵੀ ਕੋਨੇ ਦੇ ਵਿੱਚ ਨਹੀਂ ਹੋਣੀ ਚਾਹੀਦੀ। ਵੈਲ ਇਹ ਸੀ ਜਿਹੜੇ ਇੰਟਰਨੈਸ਼ਨਲ ਨਿਊਜ਼ਪੇਪਰ ਨੇ, ਯਾਨੀ ਕਿ ਅਮਰੀਕਾ ਦੇ ਨੈਸ਼ਨਲ ਨਿਊਜ਼ਪੇਪਰ ਨੇ, ਉਹ ਕੀ ਲਿਖ ਰਹੇ ਨੇ। ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਇੰਡੀਅਨ ਨੈਸ਼ਨਲ ਨਿਊਜ਼ਪੇਪਰ ਨੇ ਕੀ ਪਬਲਿਸ਼ ਕੀਤਾ ਹੈ। ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ ਕੀ ਲਿਖ ਰਿਹਾ ਹੈ। ਇੰਗਲਿਸ਼ ਟ੍ਰਿਬਿਊਨ ਨੇ ਜਿਹੜਾ ਲਿਖੀ ਹੈਡਲਾਈਨ ਬਣਾਈ ਹੈ, ਡੋਂਟ ਸਟੈਂਡ ਔਨ ਪ੍ਰੈਸਟਾਈਜ, ਓਪੋਨੈਂਟਸ ਕਲੈਮਰ ਫॉर ਫਾਰਮ ਲਾਅ ਰਿਪੀਲ। ਲਗਾਤਾਰ ਜਿਹੜਾ ਹੈ ਇੱਕ ਬਹੁਤ ਵੱਡਾ ਇਹ ਕਹਿ ਲਿਓ ਕਿ ਅੰਦੋਲਨ ਹੈ, ਜਨ ਅੰਦੋਲਨ ਹੈ, ਜਿਹਦੀ ਗੱਲ ਪੂਰੀ ਦੁਨੀਆ ਸ਼ੁਰੂ ਕਰ ਰਹੀ ਹੈ। ਮੈਂ ਗੱਲ ਕਰ ਰਿਹਾ ਰਿਹਾਨਾ ਦਾ ਪੌਪ ਸਟਾਰ, ਉਹਨਾਂ ਨੇ ਟਵੀਟ ਕੀਤਾ ਕਿ ਵਾਈ ਵੀ ਆਰ ਨਾਟ ਟਾਕ ਅਬਾਊਟ ਦਿਸ, ਅਸੀਂ ਇਸ ਬਾਰੇ ਕਿਉਂ ਨਹੀਂ ਗੱਲ ਕਰ ਰਹੇ। ਉਸ ਤੋਂ ਬਾਅਦ ਇੱਦਾਂ ਲੱਗ ਰਿਹਾ ਹੈ ਕਿ ਇੰਡੀਅਨ ਜਿਹੜੀ ਪੋਲੀਟਿਕਸ ਹੈ ਉਹਦੇ ਵਿੱਚ ਇੱਕ ਹੋਰ ਵੱਡਾ ਹੜ੍ਹ ਆ ਗਿਆ ਹੈ, ਜਿਹਦੇ ਉੱਤੇ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਜਵਾਬ ਦੇ ਵਿੱਚ ਜਿਹੜੀ ਸਾਡੀ ਇੱਕ ਇਹ ਕਹਿ ਲਈਏ ਕਿ ਬਾਲੀਵੁੱਡ ਕਮਿਊਨਿਟੀ ਹੈ ਲਗਾਤਾਰ ਕਮੈਂਟ ਕਰ ਰਹੀ ਹੈ। ਸਾਡੇ ਸੈਲੀਬ੍ਰਿਟੀਜ਼ ਅੱਗੇ ਆ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਸਚਿਨ ਤੰਦੂਲਕਰ
ਸਿੰਗਰ ਇੱਕ ਨੇ। ਇਸ ਤੋਂ ਇਲਾਵਾ ਮੈਂ ਬਹੁਤ ਕਰਾਂ ਬਹੁਤ ਸਾਰੇ ਵੱਡੇ ਨਾਮੀ ਗ੍ਰਾਮੀ ਕਲਾਕਾਰ ਅੱਗੇ ਆ ਰਹੇ ਨੇ, ਪਰ ਇਹ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਹੈ ਕਿ ਸ਼ਾਇਦ ਇਹਨਾਂ ਨੂੰ ਕੋਈ ਮੈਸੇਜ ਆ ਗਿਆ ਹੈ, ਉਸ ਤੋਂ ਬਾਅਦ ਇਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਟਵੀਟ ਦੇ ਹਿਸਾਬ ਦੇ ਨਾਲ ਸ਼ਾਇਦ ਕੰਮ ਚੱਲ ਰਿਹਾ ਹੈ। ਫਿਲਹਾਲ ਇੱਕ ਟਵੀਟ ਜਿਹੜਾ ਹੈ ਰਿਹਾਨਾ ਦੇ ਵੱਲੋਂ ਕੀਤਾ ਗਿਆ ਹੈ, ਤੁਹਾਨੂੰ ਲੱਗਦਾ ਹੈ ਕਿ ਉਸ ਟਵੀਟ ਨੂੰ ਲੈ ਕੇ ਇੰਨਾ ਕੁਝ ਕਰਨਾ ਦੀ ਲੋੜ ਹੈ? ਪਰ ਇਹ ਕਹਿ ਲਓ ਕਿ ਚੋਰ ਨੂੰ ਆਪਣਾ ਪਾਲਾ ਹੁੰਦਾ ਹੈ, ਇਹ ਐਵੀਡੈਂਟ ਹੋ ਗਿਆ। ਫਿਲਹਾਲ ਇਸ ਹੈਡਲਾਈਨ ਵੱਲ ਵੱਧਦਾ ਹੈ ਤੇ A farmer states dominated discussion on the president address in the Rajya Sabha on Wednesday with the BJP and opposition clashing over the future of new agricultural law। ਅਸੀਂ ਦੇਖਿਆ ਕਿ ਲਗਾਤਾਰ ਹਰ ਕੋਈ ਸਾਹਮਣੇ ਆ ਰਿਹਾ, ਚਾਹੇ ਉਹ ਪ੍ਰੈਜ਼ੀਡੈਂਟ ਨੇ ਉਹ ਜਾਂ ਫਿਰ ਸਾਡੇ ਪ੍ਰਧਾਨ ਮੰਤਰੀ ਨੇ, ਉਹ ਲਗਾਤਾਰ ਇੱਕ ਹੀ ਗੱਲ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੀਆਂ ਕਿਤੇ ਐਕਨੋਲਜ ਨਹੀਂ ਹੋ ਰਹੀਆਂ। ਕੱਲ੍ਹ ਵੀ ਮੈਂ ਗੱਲ ਕੀਤੀ ਸੀ ਕਿ ਫੇਵਰੇਬਲ ਜਿਹੜਾ ਡਾਇਲੋਗ ਹੈ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ੍ਹ ਅਸੀਂ ਦੇਖਿਆ ਕਿ ਲਗਾਤਾਰ ਜਿਹੜੇ ਦੋਨੋਂ ਹਾਊਸ ਅਰਜੈਂਟ ਕਰਨੇ ਪਏ, 4 ਵਾਰ ਰਾਜ ਸਭਾ ਅਰਜੈਂਟ ਕਰਨੀ ਪਈ, ਕਿਉਂਕਿ ਉੱਥੇ ਮੰਗ ਕੀਤੀ ਜਾ ਰਹੀ ਸੀ। ਰਾਜ ਸਭਾ ਉਹ ਏਰੀਆ ਹੈ ਜਿੱਥੇ ਗਵਰਨਮੈਂਟ ਦੇ ਕੋਲ ਹਜੇ ਇੰਨੀ ਖਾਸ ਮੈਜੋਰਿਟੀ ਨਹੀਂ ਹੈ, ਯਾਨੀ ਕਿ ਜਿਹੜੀ ਸਾਡੇ ਰੂਲਡ ਗਵਰਨਮੈਂਟ ਹੈ ਉਹਦੇ ਕੋਲ ਇੰਨੀ ਮੈਜੋਰਿਟੀ ਨਹੀਂ ਹੈ। ਸੋ ਇਹਦਾ ਲੱਗਦਾ ਸੀ ਕਿ ਉਸ ਚੀਜ਼ ਨੂੰ ਕੈਸ਼ ਇਨ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਉਸ ਬਾਰੇ ਜਿਹੜੀ ਚੀਜ਼ ਦੇ ਬਾਰੇ ਗੱਲ ਕਰਨੀ ਸੀਗੀ ਉਸ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ। ਫਿਲਹਾਲ ਟਕੈਤ ਨੇ ਜਿਹੜਾ ਗੱਲ ਕਿਹਾ ਕਿ ਉਹਨਾਂ ਨੇ ਕਿਹਾ ਕਿ ਚਾਹੇ ਗਵਰਨਮੈਂਟ ਹਾਰਡਨ ਕਰੀ ਜਾਵੇ ਪਰ ਅਸੀਂ ਜਿਹੜਾ ਹੈ ਡਟੇ ਰਵਾਂਗੇ, ਕਿਉਂਕਿ ਉਹਨਾਂ ਨੇ ਕੁਰਸੀ ਦੀ ਗੱਲ ਕਰ ਦਿੱਤੀ ਕਿ ਕੱਲ੍ਹ ਇਹ ਵੀ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਦੀ ਕੁਰਸੀ ਤੱਕ ਵੀ ਹੱਥ ਪਹੁੰਚਿਆ ਜਾ ਸਕਦਾ ਹੈ, ਯਾਨੀ ਕਿ 2024 ਤੱਕ ਜਿਹੜੇ ਕਿ 2024 ਦੀ ਅਗਲੀ ਇਲੈਕਸ਼ਨਸ ਆ ਰਹੀ ਹੈ ਉਸ ਬਾਰੇ ਉਹ ਗੱਲ ਕਰ ਰਹੇ ਸੀਗੇ। ਇਸ ਤੋਂ ਇਲਾਵਾ ਜਿਹੜਾ ਇੱਕ ਤਰੀਕੇ ਦੇ ਨਾਲ ਇਨਾਮ ਜਿਹੜਾ ਰੱਖਿਆ ਹੋਇਆ ਦੀਪ ਸਿੱਧੂ ਹੋਣਾ ਦੇ ਉੱਤੇ, ਉਹ ਸਬ ਹੈਡਲਾਈਨ ਬਣੀ ਹੈ। ਦ ਡੇਲੀ ਪੁਲਿਸ ਹੈਵ ਅਨਾਊਂਸ ਅ ਕੈਸ਼ ਰਿਵਾਰਡ ਆਫ 1 ਲੱਖ ਫॉर ਐਨੀਵਨ ਹੂ can give information leading to the arrest of Deep Sidhu and 3 others in connection with Republic Day violence in national capital। ਸੋ ਕਿਤੇ ਨਾ ਕਿਤੇ ਹੁਣ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਕੀ ਹੋ ਰਿਹਾ ਹੈ, ਕਿਸ ਤਰੀਕੇ ਨਾਲ ਹੋ ਰਿਹਾ ਹੈ, ਇਹਦੇ ਉੱਤੇ ਗੱਲ ਕੀਤੀ ਜਾਣ ਵਾਲੀ ਹੈ। ਇਸ ਤੋਂ ਇਲਾਵਾ ਇਸੇ ਨਿਊਜ਼ਪੇਪਰ ਨੇ ਜਿਹੜੀ ਅਗਲੀ ਹੈਡਲਾਈਨ ਬਣਾਈ ਹੈ ਉਹ ਬਣਾਈ ਹੈ ਚੈੱਕ ਫੈਕਟ MEA, ਯਾਨੀ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਔਨ ਸਿਲੈਬਸ ਟਵੀਟ ਦੇ ਉੱਤੇ ਇਹ ਜਿਹੜੀ ਗੱਲ ਕੀਤੀ ਹੈ ਕਿ ਫੈਕਟ ਚੈੱਕ ਕੀਤਾ ਜਾਵੇ ਕਿ ਉਹ ਟਵੀਟ ਉਹਨਾਂ ਨੇ ਕੀਤਾ ਹੈ ਕਿ ਨਹੀਂ। ਐਂਡ ਅਗੇਨ ਮਤਲਬ ਇੱਕ ਤਰੀਕੇ ਦੇ ਨਾਲ ਇਹ ਕਹਿ ਲਓ ਕਿ ਟਰਾਂਸਪੇਰੈਂਸੀ ਲਿਆਈ ਜਾਵੇ, ਉਸ ਦਾ ਫੈਕਚੁਅਲ ਪਤਾ ਚੱਲ ਜਾਵੇ ਕਿ ਉਹ ਟਵੀਟ ਕਿੱਥੋਂ ਆਇਆ ਹੈ। Group having a vested interest are trying to mobilize international support against India. They also want to enforce their agenda on farmers' protest, Ministry of External Affairs। ਮੈਨੂੰ ਲੱਗ ਰਿਹਾ ਹੈ ਕਿ ਇੱਕ ਟਵੀਟ ਨੇ ਜਿਹੜਾ ਹੈ ਪੂਰੇ ਭਾਰਤ ਦੀ ਜਿਹੜੀ ਪੋਲੀਟਿਕਸ ਹੈ, ਇਸ ਤੋਂ ਤੱਕ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਜੇ ਸਾਹਮਣੇ ਆਉਣਾ ਪਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਜੇ ਗੱਲ ਕੀਤਾ ਜਾਵੇ ਕਿ ਰਿਹਾਨਾ ਜਿਹੜੀ ਇੱਕ ਪੌਪ ਸਟਾਰ ਹੈ, ਤੁਹਾਨੂੰ ਉਹਦੇ ਇੱਕ ਇਨੇ ਟਵੀਟ ਦੇ ਨਾਲ ਕਿਵੇਂ ਮਿਰਚਾਂ ਲੱਗ ਸਕਦੀਆਂ ਨੇ? ਜਿਵੇਂ ਕਿ ਲੱਗ ਰਿਹਾ ਕਿ ਰਿਐਲਿਟੀ ਜਦੋਂ ਸਾਹਮਣੇ ਆ ਰਹੀ ਹੈ ਹਰ ਕਿਸੇ ਨੂੰ ਮਿਰਚਾਂ ਲੱਗ ਰਹੀਆਂ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਅਗਲੀ ਜਿਹੜੀ ਹੈਡਲਾਈਨ ਹੈ ਇਸੇ ਪੇਪਰ ਦੇ ਵਿੱਚ ਉਹ ਇਹਦੇ ਨਾਲ ਮਿਲਦੀ ਹੈ, ਰਿਪਬਲਿਕ ਡੇ ਵਾਇਲੈਂਸ ਸੁਪਰੀਮ ਕੋਰਟ ਜੰਕ ਪਲੀ ਔਨ ਜੁਡੀਸ਼ੀਅਲ ਪ੍ਰੋ। ਸੁਪਰੀਮ ਕੋਰਟ ਦਾ ਰੋਲ ਜਿਹੜਾ ਹੈ ਉਹ ਬਿਲਕੁਲ ਇੱਦਾਂ ਲੱਗ ਰਿਹਾ ਹੈ ਕਿ ਉਸ ਤਰੀਕੇ ਨਾਲ ਰੋਲ ਹੈ ਜਿਵੇਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਦਾ ਰੋਲ ਹੈ ਪੂਰੀ ਕੰਟਰੀ ਦੇ ਲਈ। ਸਾਨੂੰ ਉਸ ਤੋਂ ਕੁਝ ਆਸ਼ਾ ਹੁੰਦੀ ਹੈ ਪਰ ਫਿਰ ਉਹ ਆਸ਼ਾ ਜਿਹੜੀ ਹੈ ਉਸੇ ਟਾਈਮ ਨਿਰਾਸ਼ਾ ਦੇ ਵਿੱਚ ਬਦਲ ਜਾਂਦੀ ਹੈ। ਦ ਸੁਪਰੀਮ ਕੋਰਟ ਟੂਡੇ ਰਿਫਿਊਜ਼ ਟੂ entertain a PIL seeking the probe by Judicial Inquiry Commission into the Republic Day violence। ਲਗਾਤਾਰ ਉਹ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਪਹਿਲਾਂ ਆ ਸਕਦੇ ਸੀਗੇ ਤੇ ਹੁਣ ਕਿਉਂ ਨਹੀਂ ਕਰ ਰਹੇ, ਕਿਉਂ ਨਹੀਂ ਉਸ ਪਟੀਸ਼ਨ ਦੇ ਉੱਤੇ ਉਸ PIL ਦੇ ਉੱਤੇ ਸੁਣਵਾਈ ਕਰ ਰਹੇ। ਪੰਜਾਬੀ ਟ੍ਰਿਬਿਊਨ ਦੀ ਗੱਲ ਕਰਾਂ ਤੇ ਪੰਜਾਬੀ ਟ੍ਰਿਬਿਊਨ ਨੇ ਜਿਹੜੀ ਕੰਡੇਲਾ ਦੇ ਵਿੱਚ ਮਹਾ ਪੰਚਾਇਤ ਹੋਈ ਹੈ ਉਸ ਦੀ ਡਿਟੇਲ ਜਿਹੜੀ ਹੈ ਬਖੂਬ ਤਰੀਕੇ ਦੇ ਨਾਲ ਛਾਪੀ ਹੈ। ਪਹਿਲਾਂ ਤਾਂ ਮੈਨੂੰ ਇਹਦੀ ਹੈਡਲਾਈਨ ਦੀ ਪ੍ਰੇਜ਼ ਕਰਨੀ ਜਿਹੜੀ ਹੈ ਉਹ ਬਣਦੀ ਹੈ ਤਾਂ ਗੱਦੀ ਵਾਪਸ ਦੀ ਹੋਵੇਗੀ ਮੰਗ। ਜੋ ਰਾਕੇਸ਼ ਟਕੈਤ ਹੋਣਾ ਨੇ ਕਹਿ ਦਿੱਤਾ ਵੀ ਗੱਦੀ ਵੀ ਤਾਂ ਵਾਪਸ ਹੋ ਸਕਦੀ ਹੈ, ਹਾਲੇ ਤਾਂ ਅਸੀਂ ਫਿਲਹਾਲ ਕਾਨੂੰਨ ਵਾਪਸੀ ਦੀ ਗੱਲ ਕਰ ਰਹੇ ਹਾਂ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਸੋਹਣੀ ਹੈਡਲਾਈਨ ਹੈ, ਉਹਦੇ ਤੋਂ ਹੀ ਛਾਪੀ ਹੋਈ ਹੈ। ਕਿਸਾਨਾਂ ਦੀ ਪੱਗ ਦਾ ਮਾਣ ਕਾਇਮ ਰੱਖਣ ਦਾ ਅਹਿਦ ਰਾਜੇਵਾਲ ਨੂੰ ਦੱਸਿਆ ਕਿਸਾਨ ਜਥੇਬੰਦੀਆਂ ਦਾ ਆਗੂ। ਅਕਸਰ ਅਸੀਂ ਦੇਖਦੇ ਹਾਂ ਕਿ ਸਾਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਵਿੱਚ ਫੁੱਟ ਪੈ ਗਈ ਹੈ। ਮੀਡੀਆ ਦਾ ਇੱਕ ਹੋਰ ਪ੍ਰੋਪੇਗੈਂਡਾ ਹੈ ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ, ਉਹ ਲਗਾਤਾਰ ਸਾਨੂੰ ਫੁੱਟ ਦੀਆਂ ਖਬਰਾਂ ਸਾਡੇ ਸਾਹਮਣੇ ਲੈ ਕੇ ਆ ਰਿਹਾ ਸੀਗਾ। ਇੰਝ ਲੱਗਦਾ ਸੀ ਕਿ ਜਿੱਦਾਂ ਲੱਗਦਾ ਸੀ ਕਿ ਸੱਤ ਦੇ ਵਿੱਚ ਫੁੱਟ ਪੈ ਗਈ ਹੋਵੇ, ਪਰ ਹੁਣ ਜਦੋਂ ਇਹ ਰਾਕੇਸ਼ ਟਕੈਤ ਉਹਨਾਂ ਨੇ ਕੰਡੇਲਾ ਦੇ ਵਿੱਚ ਮਹਾ ਪੰਚਾਇਤ ਦੀ ਇਹ ਵੱਡੀ ਵਰਡਿਕ ਸਾਹਮਣੇ ਲੈ ਕੇ ਆਉਂਦੀ ਹੈ ਤਾਂ ਲੱਗਦਾ ਕਿ ਸਭ ਕੁਝ ਠੀਕ ਹੈ। ਤੁਸੀਂ ਇਹ ਅਖਬਾਰ ਜਿਹੜੀ ਹੈ ਪੜ੍ਹ ਸਕਦੇ ਹੋ। ਅੱਜ ਇਹ ਬਹੁਤ ਸੋਹਣਾ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਹੋਇਆ ਹੈ ਕਿਸਾਨੀ ਅੰਦੋਲਨ ਨੂੰ। ਇਸੇ ਅਖਬਾਰ ਨੇ ਇੱਕ ਹੋਰ ਖਬਰ ਜਿਹੜੀ ਹੈ ਉਹ ਆਪਣੇ ਫਰੰਟ ਪੇਜ ਦੇ ਉੱਤੇ ਹੈਡਲਾਈਨ ਬਣਾ ਕੇ ਲਿਖਿਆ ਕਿ ਸੰਸਦ ਦੇ ਦੋਹਾਂ ਸਦਨਾਂ 'ਚ ਘਿਰੀ ਸਰਕਾਰ। ਲੋਕ ਸਭਾ 'ਚ ਸਪੀਕਰ ਨੂੰ 4 ਵਾਰ ਮੁਲਤਵੀ ਕਰਨੀ ਪਈ ਸਦਨ ਦੀ ਕਾਰਵਾਈ। ਇੱਕ ਤਰੀਕੇ ਨਾਲ ਲੱਗ ਰਿਹਾ ਕਿ ਲੋਕ ਜਿਹੜੇ ਨੇ, ਲੋਕਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਨੇ ਹੁਣ ਸਾਹਮਣੇ ਆ ਰਹੇ ਨੇ, ਉਹਨਾਂ ਨੇ ਆਪਣੇ ਪੱਤੇ ਖੋਲ੍ਹ ਲਏ ਨੇ, ਜਾਂ ਇਹ ਕਹਿ ਲਓ ਕਿ ਸ਼ਰਮੋ ਸ਼ਰਮੀ ਹੁਣ ਉਹਨਾਂ ਨੇ
ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਮੈਂ ਸ਼ੁਰੂ ਤੋਂ ਗੱਲ ਕਰ ਰਿਹਾ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਕਿ ਓਪੋਜੀਸ਼ਨ ਜਿਹੜੀ ਹੈ ਇੱਕ ਚੰਗੀ ਭੂਮਿਕਾ ਦੇ ਵਿੱਚ ਨਹੀਂ ਸਾਹਮਣੇ ਆਉਂਦੀ, ਪਰ ਜਦੋਂ ਹੁਣ ਨਵਾਂ ਸੈਸ਼ਨ ਸ਼ੁਰੂ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਬਜਟ ਸੈਸ਼ਨ ਸੀਗਾ, ਉਸ ਦੇ ਵਿੱਚ ਤਾਂ ਧੁੰਮਾਂ ਪੈ ਗਈਆਂ। ਇਸ ਦੇ ਨਾਲ ਛੋਟੀਆਂ-ਛੋਟੀਆਂ ਹੈਡਲਾਈਨਸ ਬਣਾਈਆਂ ਨੇ। ਭਗਵੰਤ ਮਾਨ, ਹਰਸਿਮਰਤ ਸਣੇ ਵਿਰੋਧੀ ਧਿਰ ਦੇ ਕਈ ਮੈਂਬਰਾਂ ਵੱਲੋਂ ਸਦਨ ਵਿਚਾਲੇ ਪ੍ਰਦਰਸ਼ਨ ਲਓ। ਇੱਦਾਂ ਲੱਗਦਾ ਕਿ ਪੂਰਾ ਪੰਜਾਬ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਵੀ ਇਕੱਠਾ ਹੋ ਗਿਆ ਹੈ। ਉਹ ਲਗਾਤਾਰ ਪੰਜਾਬੀਆਂ ਦੀ ਜਿਹੜੀ ਜ਼ੁਬਾਨ ਹੈ, ਪੰਜਾਬੀਆਂ ਦੇ ਹੱਕ ਨੇ, ਉਹਨਾਂ ਦੀ ਗੱਲ ਕਰ ਰਿਹਾ ਹੈ। ਖੇਤੀ ਕਾਨੂੰਨਾਂ ਬਾਰੇ ਵੱਖਰੇ ਤੌਰ ਤੇ ਚਰਚਾ ਕਰਨ ਅਤੇ ਤਿੰਨੋਂ ਕਾਨੂੰਨ ਰੱਦ ਕਰਨ ਦੀ ਮੰਗ ਹੈ। ਬਾਰ-ਬਾਰ ਗਵਰਨਮੈਂਟ ਨੂੰ ਇਹ ਦੱਸਿਆ ਜਾ ਰਿਹਾ, ਗਵਰਨਮੈਂਟ ਜਿਹੜੀ ਹੈ ਉਹ ਸਾਹਮਣੇ ਨਹੀਂ ਆ ਰਹੀ। ਉਦੋਂ ਲੱਗਦਾ ਕਿ ਸ਼ਾਇਦ ਅਸੀਂ ਫੇਵਰੇਬਲ ਡਾਇਲੋਗ ਕਰਕੇ, ਮਨਪਸੰਦ ਦੀ ਗੱਲ ਕਰਕੇ ਅੱਗੇ ਵਧ ਜਾਵਾਂਗੇ, ਜਿਹੜੀ ਕਿ ਬਿਲਕੁਲ ਨਹੀਂ ਸਹੀ ਹੈ। ਫਿਲਹਾਲ ਅੱਗੇ ਵਧਦੇ ਹਾਂ ਤੇ ਹਿੰਦੁਸਤਾਨ ਟਾਈਮਸ ਨੇ ਕੀ ਲਿਖਿਆ ਹੈ, ਇਹ ਵੀ ਬਹੁਤ ਜਾਣਨਾ ਜ਼ਰੂਰੀ ਹੈ। ਅਗਲੀ ਜਿਹੜੀ ਹੈਡਲਾਈਨ ਹੈ ਉਹ ਕਿਤੇ ਨਾ ਕਿਤੇ ਮੈਂ ਗੱਲ ਕਰ ਰਿਹਾ ਸੀ ਕਿ ਗਲੋਬਲੀ ਹੋ ਗਿਆ। ਹੁਣ ਗਲੈਮਰ ਜਗਤ ਜਿਹੜਾ ਇੰਟਰਨੈਸ਼ਨਲ ਗਲੈਮਰ ਹੈ ਉਹ ਵੀ ਸਾਹਮਣੇ ਆ ਰਿਹਾ। ਗਵਰਨਮੈਂਟ ਫੈਂਡ ਆਫ ਗਲੋਬਲ ਕਲੈਮਰ ਔਨ ਫਾਰਮਰਸ ਡੇ, ਕਿ ਲਗਾਤਾਰ ਇੰਟਰਨੈਸ਼ਨਲ ਅਟੈਂਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਲੋਬਲ ਪਰਸਨ ਪ੍ਰੇਜ਼ ਦਾ ਫਾਰਮਰ ਪ੍ਰੋਟੈਸਟ, ਜਿਨ੍ਹਾਂ ਦੇ ਵਿੱਚੋਂ ਰਿਹਾਨਾ ਜਿਹੜੇ ਹੈ ਉਹ ਸਭ ਤੋਂ ਨੰਬਰ 'ਤੇ ਹੈ। ਇਹਨਾਂ ਨੇ ਬਹੁਤ ਸੋਹਣੀ, ਮੈਂ ਅੱਗੇ ਵੀ ਪ੍ਰੈਜੈਂਟੇਸ਼ਨ ਦੀ ਬਹੁਤ ਸਪੋਰਟ ਕਰਦਾ ਹੁੰਦਾ ਹਾਂ ਕਿ ਇਹ ਪ੍ਰੈਜ਼ੈਂਟ ਬਹੁਤ ਕਲਰਫੁਲੀ ਕਰਦੇ ਆ। ਉਹ ਬੰਦਾ ਜਿਹਦਾ ਇੰਟਰਸਟ ਨਹੀਂ ਹੁੰਦਾ ਅਖਬਾਰ ਦੇ ਵਿੱਚ, ਉਹ ਅਖਬਾਰ ਜਿਹੜੀ ਹੈ ਜ਼ਰੂਰ ਪੜ੍ਹ ਸਕਦਾ, ਕਿਉਂਕਿ ਕਲਰ ਜਿਹੜੇ ਨੇ ਉਹ ਤੁਹਾਨੂੰ ਇਹ ਕਹਿ ਲਓ ਕਿ ਅਟਰੈਕਸ਼ਨ ਵੱਲ ਲੈ ਕੇ ਜਾਂਦੇ ਨੇ। ਰਿਹਾਨਾ ਦਾ ਕਮੈਂਟ ਹੈ, ਉਹਨੂੰ ਐਜ਼ ਇਟ ਇਜ਼ ਇਹਨਾਂ ਨੇ ਪਬਲਿਸ਼ ਕੀਤਾ ਹੈ। ਵਾਈ ਆਰ ਨਾਟ ਵੀ ਟਾਕਿੰਗ ਅਬਾਊਟ ਦਿਸ, ਇਹ ਫਾਰਮਰ ਪ੍ਰੋਟੈਸਟ ਹੈਸ਼ਟੈਗ ਲਾ ਕੇ ਉਹਨਾਂ ਨੇ ਕੀਤਾ ਹੈ। ਇਸ ਤੋਂ ਇਲਾਵਾ ਗ੍ਰੇਟਾ ਥਨਬਰਗ ਦਾ ਹੈ ਵੀ ਸਟੈਂਡ ਇਨ ਅ ਸੋਲੀਡੈਰਿਟੀ ਵਿਦ ਦ ਫਾਰਮਰ, ਉਦੋਂ ਹੈਸ਼ਟੈਗ ਫਾਰਮਰ ਪ੍ਰੋਟੈਸਟ ਲਿਖਿਆ ਹੈ। ਐਂਡ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਜਿਹੜੇ ਨੇ ਉਹਨਾਂ ਨੇ ਸਾਹਮਣੇ ਕੀਤਾ। ਔਰ ਇਸ ਦੇ ਨਾਲ ਹੀ ਜਿਹੜੇ ਕਾਊਂਟਰ ਕਮੈਂਟਸ ਨੇ, ਕਾਊਂਟਰ ਜਿਹੜੇ ਸਚਿਨ ਤੰਦੂਲਕਰ, ਅਕਸ਼ੇ ਕੁਮਾਰ, ਅਜੇ ਦੇਵਗਨ, ਉਹਨਾਂ ਨੂੰ ਜਿਹੜਾ ਹੈ ਇਹਨਾਂ ਨੇ ਲਿਖਿਆ ਹੈ। ਇਸ ਦੇ ਨਾਲ ਹੀ ਜਿਹੜਾ ਹਿੰਦੁਸਤਾਨ ਟਾਈਮਸ ਹੈ ਉਹਨਾਂ ਨੇ ਰਾਕੇਸ਼ ਟਕੈਤ ਦੀ ਗੱਲ ਦੀ ਤਕਰੀਰ ਜਿਹੜੀ ਹੈ ਕੰਡੇਲਾ ਦੇ ਵਿੱਚ, ਉਹਨੂੰ ਵੀ ਡਿਟੇਲ ਬਾਏ ਡਿਟੇਲ ਛਾਪਿਆ ਹੋਇਆ ਹੈ। ਔਰ ਇਹ ਸੀ ਸਾਡੇ ਅੱਜ ਦਾ ਅਖਬਾਰਨਾਮਾ। ਮੈਂ ਇੱਦਾਂ ਹੀ ਖਬਰਾਂ ਲੈ ਕੇ ਆਉਂਦਾ ਰਹਾਂਗਾ ਤੁਹਾਡੇ ਸਾਹਮਣੇ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।